ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਸਨੇ ਫਿਰ ਤੋਂ ਇੱਕ ਵਾਰ ਸਾਨੂੰ ਇਕੱਠੇ ਕੀਤਾ, ਸਾਨੂੰ ਸਮਾਂ ਦਿੱਤਾ ਕਿ ਉਸਦੇ ਵਚਨ ਦੇ ਵਿੱਚੋਂ, ਉਸਦੀ ਬਾਣੀ ਦੇ ਵਿੱਚ ਕੁਝ ਗੱਲਾਂ ਨੂੰ ਦੇਖ ਸਕੀਏ। ਹਾਲੇਲੂਇਆ। ਤੇ ਆਓ ਅਸੀਂ ਛੋਟੀ ਜਿਹੀ ਦੁਆ ਕਰਦੇ ਹਾਂ। ਅੱਜ ਛੋਟਾ ਜਿਹਾ ਮੈਸੇਜ ਦੇਖਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ। ਉਸ ਤੋਂ ਪਹਿਲਾਂ ਅਸੀਂ ਦੁਆ ਕਰਾਂਗੇ। ਆਓ ਸਾਰੇ ਅੱਖਾਂ ਨੂੰ ਬੰਦ ਕਰਦੇ ਹਾਂ, ਪ੍ਰਾਰਥਨਾ ਕਰਾਂਗੇ। ਪਵਿੱਤਰ 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 ਪਰਮੇਸ਼ਰ, ਜ਼ਮੀਨ ਤੇ ਅਸਮਾਨ ਦੇ ਮਾਲਿਕ ਪਿਆਰੇ ਪਿਤਾ ਪਰਮੇਸ਼ਰ, ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ, ਅਸੀਂ ਤੁਹਾਡਾ ਥੈਂਕਸ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ। ਪਵਿੱਤਰ ਮਹਾਨ ਅਨੁਗ੍ਰਹਿਕਾਰੀ ਸਾਮਰਥੀ ਪਿਤਾ, ਅੱਜ ਦੇ ਦਿਨ ਦੇ ਲਈ ਤੁਹਾਡਾ ਸ਼ੁਕਰ ਕਰਦਾ ਮੇਰੇ ਪਿਤਾ ਪਰਮੇਸ਼ਰ। ਜੋ ਵੀ ਅੱਜ ਤੇਰੇ ਵਚਨ ਦੇ ਵਿੱਚੋਂ ਅਸੀਂ ਦੇਖਣ ਜਾ ਰਹੇ ਹਾਂ ਪ੍ਰਭੂ ਯੀਸ਼ੂ, ਉਸ ਦੇ ਵਿੱਚ ਪਵਿੱਤਰ ਆਤਮਾ ਤੁਸੀਂ ਸਾਡੀ ਮਦਦ ਕਰਨਾ, ਅਗਵਾਈ ਕਰਨਾ। ਤੇ ਪਿਤਾ ਪਰਮੇਸ਼ਰ, ਜਿੰਨੇ ਵੀ ਤੇਰੇ ਬੱਚੇ ਇਸ ਮੈਸੇਜ ਨੂੰ ਸੁਣਨ ਪਿਤਾ ਪਰਮੇਸ਼ਰ, ਆਸ਼ੀਸ਼ ਪਾਣ ਖੁਦਾਵੰਦ ਖੁਦਾ। ਤੇ ਪਿਆਰੇ ਪਿਤਾ ਪਰਮੇਸ਼ਰ, ਇਹਨਾਂ ਦੇ ਉੱਤੇ ਪਿਤਾ ਪਰਮੇਸ਼ਰ ਆਪਣੀ ਆਤਮਾ ਨੂੰ, ਪਵਿੱਤਰ ਆਤਮਾ ਨੂੰ ਉਡੇਲ ਦੇਣਾ। ਤੇ ਪ੍ਰਭੂ ਯੀਸ਼ੂ, ਜੋ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਪਿਤਾ ਪਰਮੇਸ਼ਰ, ਤੇ ਉਹ ਖੁਦਾਵੰਦ ਖੁਦਾ ਤੇਰੇ ਬੱਚੇ ਉਸ ਗੱਲ ਨੂੰ ਸਮਝ ਸਕਣ ਤੇ ਇਹ ਉਸ ਤਿਆਰੀ ਨੂੰ ਕਰ ਸਕਣ। ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ। ਮੇਰਾ ਵਿਸ਼ਵਾਸ ਹੈ ਤੁਸੀਂ ਵੀ ਆਨੰਦ ਹੋਵੋਗੇ, ਖੁਸ਼ ਹੋਵੋਗੇ। ਤੇ ਪ੍ਰਭੂ ਯੀਸ਼ੂ ਮਸੀਹ ਦੇ ਬਚਨਾਂ ਦੇ ਵਿੱਚੋਂ ਅੱਜ ਕੁਝ ਗੱਲਾਂ ਨੂੰ ਅਸੀਂ ਦੇਖਾਂਗੇ। ਜਦੋਂ ਪ੍ਰਭੂ ਯੀਸ਼ੂ ਮਸੀਹ ਇਸ ਧਰਤੀ ਉੱਤੇ ਸੀ ਤੇ ਆਪਣੇ ਚੇਲਿਆਂ ਦੇ ਨਾਲ ਕੰਮ ਕਰਦੇ ਸੀ, ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਸੀਗੇ, ਸਮਾਚਾਰ ਫੈਲਾ ਰਹੇ ਸੀਗੇ, ਤਾਂ ਕੀ ਹੋਇਆ? ਇੱਕ ਦਿਨ ਪ੍ਰਭੂ ਯੀਸ਼ੂ ਮਸੀਹ ਆਪਣੇ ਚੇਲਿਆਂ ਨੂੰ ਕੁਝ ਗੱਲਾਂ ਕਹਿਣ ਲੱਗੇ, ਕੁਝ ਗੱਲਾਂ ਸਿਖਾਉਣ ਲੱਗੇ। ਉਹਨਾਂ ਗੱਲਾਂ ਦੇ ਵਿੱਚੋਂ ਕੁਝ ਗੱਲਾਂ ਨੂੰ ਦੇਖਾਂਗੇ ਜਦੋਂ ਅਸੀਂ ਕੱਢਾਂਗੇ ਬਾਈਬਲ ਦੇ ਵਿੱਚੋਂ ਯੋਹੰਨਾ ਦੀ ਅੰਜੀਲ ਉਹਦਾ 14ਵਾਂ ਅਧਿਆਇ। ਜਦੋਂ ਯੋਹੰਨਾ ਦੀ ਅੰਜੀਲ ਉਹਦਾ 14ਵਾਂ ਅਧਿਆਇ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਪ੍ਰਭੂ ਯੀਸ਼ੂ ਮਸੀਹ ਆਪਣੇ ਚੇਲਿਆਂ ਨਾਲ ਕੁਝ ਗੱਲਾਂ ਕਰਨ ਲੱਗੇ, ਕੁਝ ਕਹਿਣ ਲੱਗੇ, ਚੇਲਿਆਂ ਨੂੰ ਸਿਖਾਉਣ ਲੱਗੇ। ਕੀ ਗੱਲਾਂ ਸਿਖਾਉਣਗੇ? ਕਿ ਉਹ ਗੱਲਾਂ, ਉਹ ਕੰਮ ਜਿਹੜਾ ਪ੍ਰਭੂ ਯੀਸ਼ੂ ਮਸੀਹ ਕਰਨ ਦੇ ਲਈ ਆਇਆ ਸੀਗਾ। ਪ੍ਰਭੂ ਯੀਸ਼ੂ ਮਸੀਹ ਤੁਸੀਂ ਜਾਣਦੇ ਆ ਕਿ ਪੂਰੀ ਦੁਨੀਆ ਨੂੰ ਬਚਾਉਣ ਦੇ ਲਈ ਆਏ। ਉਹ ਮੈਨੂੰ ਬਚਾਉਣ ਦੇ ਲਈ, ਤੁਹਾਨੂੰ ਬਚਾਉਣ ਦੇ ਲਈ ਆਏ ਤੇ ਸਾਡਾ ਮੇਲ ਪਿਤਾ ਦੇ ਨਾਲ ਕਰਾਉਣ ਦੇ ਲਈ ਆਏ। ਹਾਲੇਲੂਇਆ। ਅਸੀਂ ਭਟਕੇ ਹੋਏ ਸੀਗੇ ਸਾਰੇ ਪਰਮੇਸ਼ਰ ਤੋਂ, ਤੇ ਯੀਸ਼ੂ ਮਸੀਹ ਪਰਮੇਸ਼ਰ ਦਾ ਇਕਲੌਤਾ ਪੁੱਤਰ, ਤੇਰਾ ਜਿਹੜਾ ਯੀਸ਼ੂ ਮਸੀਹ ਨੂੰ ਕਬੂਲ ਕਰਦਾ ਉਹ ਪਿਤਾ ਪਰਮੇਸ਼ਰ ਨੂੰ ਕਬੂਲ ਕਰ ਲੈਂਦਾ ਆ। ਤੇ ਜਿਹਨੇ ਯੀਸ਼ੂ ਮਸੀਹ ਨੂੰ ਦੇਖਿਆ ਉਹਨੇ ਪਰਮੇਸ਼ਰ ਨੂੰ ਦੇਖਿਆ। ਤੇ ਕੁਝ ਗੱਲਾਂ ਯੀਸ਼ੂ ਮਸੀਹ ਆਪਣੇ ਚੇਲਿਆਂ ਨੂੰ ਕਹਿਣ ਲੱਗੇ। ਕੀ ਕਹਿਣਗੇ ਵਚਨ ਦੇ ਵਿੱਚੋਂ ਦੇਖਾਂਗੇ, ਪੜਾਂਗੇ। ਯੋਹੰਨਾ ਦੀ ਅੰਜੀਲ ਉਹਦਾ 14ਵਾਂ ਅਧਿਆਇ ਉਹਦੀ 1 ਆਇਤ ਤੋਂ ਪੜਾਂਗੇ। ਯੀਸ਼ੂ ਮਸੀਹ ਕਹਿਣ ਲੱਗੇ ਆਪਣੇ ਚੇਲਿਆਂ ਨੂੰ, ਤੁਹਾਡਾ ਦਿਲ ਨਾ ਘਬਰਾਵੇ। ਕੀ ਕਹਿਣ ਗਏ ਯੀਸ਼ੂ ਮਸੀਹ? ਤੁਹਾਡਾ ਦਿਲ ਨਾ ਘਬਰਾਵੇ। ਕਹਿੰਦਾ ਯੀਸ਼ੂ ਮਸੀਹ ਕਹਿੰਦਾ ਤੁਸੀਂ ਘਬਰਾ ਨਾ ਜਾਇਓ। ਜਿਹੜੀਆਂ ਗੱਲਾਂ ਮੈਂ ਕਹਿਣ ਲੱਗਾ ਤੁਸੀਂ ਸੁਣ ਕੇ ਘਬਰਾ ਨਾ ਜਾਣਾ। ਤੁਸੀਂ ਆਪਣਾ, ਜਦੋਂ ਇਨਸਾਨ ਘਬਰਾਹਟ ਦੇ ਵਿੱਚ ਹੁੰਦਾ ਆ ਉਹ ਡਾਮਾਡੋਲ ਹੋ ਜਾਂਦਾ ਆ। ਜਦੋਂ ਕੋਈ ਉਸਨੂੰ ਘਬਰਾਹਟ ਹੋਵੇ, ਜਦੋਂ ਤੁਹਾਨੂੰ ਕਦੇ ਘਬਰਾਹਟ ਹੁੰਦੀ ਆ, ਕੀ ਮਹਿਸੂਸ ਹੁੰਦਾ ਆ? ਤੁਸੀਂ ਡਾਮਾਡੋਲ ਹੋ ਜਾਂਦੇ ਆ। ਤੇ ਯੀਸ਼ੂ ਮਸੀਹ ਕਹਿੰਦਾ ਤੁਸੀਂ ਡਾਮਾਡੋਲ ਨਾ ਹੋਣਾ, ਘਬਰਾਣਾ ਨਹੀਂ, ਬਲਕਿ ਹਿੰਮਤ ਦੇ ਵਿੱਚ ਰਹਿਣਾ ਆ, ਹੌਸਲੇ ਦੇ ਵਿੱਚ ਰਹਿਣਾ ਆ। ਕੀ ਕਹਿਣਗਾ? ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਭਰੋਸਾ ਰੱਖੋ, ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ। ਕੀ ਕਹਿੰਦਾ ਯੀਸ਼ੂ ਮਸੀਹ? ਅਤੇ ਮੇਰੇ ਉੱਤੇ ਵੀ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ। ਯੀਸ਼ੂ ਮਸੀਹ ਕੀ ਕਹਿਣ ਲੱਗਾ? ਕਹਿੰਦਾ ਸੁਰਗ ਦੇ ਵਿੱਚ ਮੇਰੇ ਪਿਤਾ ਦੇ ਘਰ ਦੇ ਵਿੱਚ ਕੀ ਆ? ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਜਿਸ ਤਰ੍ਹਾਂ ਯੀਸ਼ੂ ਮਸੀਹ ਨੇ ਕਿਹਾ ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ। ਤੇ ਪਿਤਾ ਹੈ ਕਿੱਥੇ ਆ? ਸਵਰਗ ਦੇ ਵਿੱਚ, ਹੈਵਨ ਦੇ ਵਿੱਚ। ਬਹੁਤ ਸਾਰੀਆਂ ਹੈਵਨ ਦੇ ਵਿੱਚ ਸਥਾਨ ਹਨ ਪਰਮੇਸ਼ਰ ਨੇ ਬਣਾਏ ਹੋਏ। ਕਿਹਨਾਂ ਦੇ ਲਈ? ਮੇਰੇ ਲਈ, ਤੁਹਾਡੇ ਲਈ। ਪਰਮੇਸ਼ਰ ਨੇ ਆਪਣੇ ਚੁਣੇ ਹੋਇਆਂ ਦੇ ਲਈ ਕੀ ਬਣਾਏ ਹੋਇਆ? ਸਥਾਨ ਬਣਾਏ ਹੋਏ। ਯੀਸ਼ੂ ਮਸੀਹ ਕੀ ਕਹਿੰਦਾ ਆ? ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ। ਬਹੁਤ, ਇੱਕ ਨਹੀਂ, ਬਹੁਤ ਸਾਰੀਆਂ ਥਾਵਾਂ ਆ, ਅਣਗਿਣਤ। ਤੇ ਉਹ ਥਾਵਾਂ ਪਰਮੇਸ਼ਰ ਨੇ ਤਿਆਰ ਕਿਹਨਾਂ ਲਈ ਕੀਤੀਆਂ? ਉਹਨਾਂ ਲਈ ਕੀਤੀਆਂ ਜਿਹੜੇ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਚੱਲਦੇ ਆ, ਜਿਹੜੇ ਪਰਮੇਸ਼ਰ ਨੂੰ ਪ੍ਰੇਮ ਕਰਦੇ ਆ, ਉਹਨਾਂ ਦੇ ਵਚਨਾਂ ਉੱਤੇ ਚੱਲਦੇ ਰਹਿੰਦੇ ਆ ਤੇ ਹਰ ਮੁਸ਼ਕਲ ਦੇ ਵਿੱਚ, ਹਰ ਹਾਲਾਤ ਦੇ ਵਿੱਚ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਆ।
ਪਰਮੇਸ਼ਰ ਨੇ ਆਪਣੇ ਚੁਣੇ ਹੋਇਆਂ ਦੇ ਲਈ, ਆਪਣੇ ਭਗਤਾਂ ਦੇ ਲਈ, ਜਿਹੜੇ ਪਰਮੇਸ਼ਰ ਨੂੰ ਮੰਨਦੇ ਆ, ਯੀਸ਼ੂ ਮਸੀਹ ਉੱਤੇ ਵਿਸ਼ਵਾਸ ਕਰਦੇ ਆ, ਉਹਨਾਂ ਦੇ ਲਈ ਪਰਮੇਸ਼ਰ ਨੇ ਕੀ ਕੀਤਾ, ਬਹੁਤ ਸਾਰੀਆਂ ਜਗ੍ਹਾ ਤਿਆਰ ਕੀਤੀ ਹੈ, ਸਥਾਨ ਤਿਆਰ ਕੀਤੇ ਆ। ਪਰਮੇਸ਼ਰ ਦਾ ਇੱਕ ਘਰ ਹੈ। ਜਿਸ ਤਰ੍ਹਾਂ ਮੰਨ ਲਓ ਇੱਕ ਹਾਊਸ ਹੁੰਦਾ, ਮਤਲਬ ਜਿਸ ਤਰ੍ਹਾਂ ਇੱਕ ਸਾਡੇ ਘਰ ਦੇ ਵਿੱਚ ਜਿਹੜਾ ਤੁਹਾਡਾ ਘਰ ਹੈ, ਸਾਰਿਆਂ ਦਾ ਦੁਨਿਆਵੀ ਘਰ ਹੁੰਦਾ। ਦੁਨਿਆਵੀ ਘਰ ਦੇ ਵਿੱਚ ਅਲੱਗ-ਅਲੱਗ ਕਮਰੇ ਹੁੰਦੇ ਆ। ਤੁਹਾਡੇ ਕਿਸੇ ਘਰ ਦੇ ਵਿੱਚ ਤੁਹਾਡਾ ਬੇਟਾ ਸੌਂਦਾ, ਕਿਸੇ ਦੇ ਵਿੱਚ ਤੁਹਾਡਾ ਬੇਟੀ ਸੌਂਦੀ ਹੈ, ਕਿਸੇ ਘਰ ਦੇ ਵਿੱਚ ਕੋਈ ਗੈਸਟ ਰੂਮ ਹੁੰਦਾ ਆ, ਤੇ ਕੋਈ ਅਲੱਗ-ਅਲੱਗ ਰੂਮ ਹੁੰਦੇ ਆ। ਇਸੇ ਤਰ੍ਹਾਂ ਪਰਮੇਸ਼ਰ ਨੇ ਵੀ ਬਹੁਤ ਸਾਰੇ ਸਵਰਗ ਦੇ ਵਿੱਚ ਘਰ ਬਣਾਏ ਹੋਏ ਆ, ਰਹਿਣ ਵਾਲੀਆਂ ਥਾਵਾਂ ਬਣਾਈਆਂ ਹੋਈਆਂ। ਉਹ ਥਾਵਾਂ ਕਿਹਨਾਂ ਦੇ ਲਈ ਤਿਆਰ ਕੀਤੀਆਂ, ਅਸੀਂ ਇਸ ਵਚਨ ਨੂੰ ਪੜਾਂਗੇ। ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ, ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ। ਸੋ ਜੇਕਰ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ, ਯੀਸ਼ੂ ਮਸੀਹ ਕਹਿੰਦਾ ਮੈਂ ਜਾ ਕੇ ਤੁਹਾਡੇ ਲਈ ਕੀ ਕਰਨਾ, ਬਹੁਤ ਸਾਰੀਆਂ ਥਾਵਾਂ ਹਨ, ਉਹਨਾਂ ਥਾਵਾਂ ਨੂੰ ਕੀ ਕਰਨਾ ਆ, ਤਿਆਰ ਕਰਨਾ ਆ। ਹਾਲੇਲੂਇਆ। ਜਦੋਂ ਅਸੀਂ ਜਿਹੜੀ ਥਾਂ ਆ, ਪਰਮੇਸ਼ਰ ਨੇ ਤੁਹਾਡੇ ਲਈ ਵੀ ਥਾਂ ਰੱਖੀ ਹੋਈ ਆ, ਮੇਰੇ ਲਈ ਵੀ ਸਥਾਨ ਰੱਖਿਆ ਹੋਇਆ ਆ। ਜਿੰਨੇ ਪ੍ਰਭੂ ਯੀਸ਼ੂ ਮਸੀਹ ਉੱਤੇ ਈਮਾਨ ਰੱਖਦੇ ਆ, ਪਰਮੇਸ਼ਰ ਨੇ ਉਹਨਾਂ ਦੇ ਲਈ ਇੱਕ ਸਥਾਨ ਰੱਖਿਆ ਹੋਇਆ। ਹਾਲੇਲੂਇਆ। ਉਹਨਾਂ ਲਈ ਥਾਂ ਰੱਖੀ ਹੋਈ ਆ, ਉਹਨਾਂ ਲਈ ਜਗ੍ਹਾ ਤਿਆਰ ਕੀਤੀ ਹੋਈ ਆ। ਉਹ ਜਗ੍ਹਾ ਕਿਹੋ ਜਿਹੀ ਆ? ਉਹ ਇੱਕ ਬਹੁਤ ਖੂਬਸੂਰਤ ਜਗ੍ਹਾ ਆ। ਜਿਸ ਤਰ੍ਹਾਂ ਸਾਡੇ ਦੁਨਿਆਵੀ ਘਰ ਹੈ, ਦੁਨਿਆਵੀ ਘਰਾਂ ਦੇ ਵਿੱਚ ਜਦੋਂ ਗਰਮੀ ਹੁੰਦੀ ਆ, ਘਰਾਂ ਦੇ ਵਿੱਚ ਗਰਮੀ ਆਉਣ ਲੱਗ ਪੈਂਦੀ ਹੈ, ਸਾਨੂੰ ਪਸੀਨਾ ਆਉਣ ਲੱਗ ਪੈਂਦਾ, ਪੱਖਾ ਲਾਉਣਾ ਪੈਂਦਾ, AC ਲਾਉਣਾ ਪੈਂਦਾ ਕਿ ਅਸੀਂ ਉਸ ਕਮਰੇ ਦਾ ਟੈਂਪਰੇਚਰ ਕੀ ਰੱਖ ਸਕੀਏ, ਸਹੀ ਰੱਖੀਏ। ਜਦੋਂ ਜ਼ਿਆਦਾ ਠੰਡ ਪੈਂਦੀ ਆ ਤਾਂ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਹੀਟਰ ਵਗੈਰਾ ਲਾਉਣੇ ਪੈਂਦੇ ਆ, ਸਾਨੂੰ ਮੋਟੇ ਕੱਪੜੇ ਪਾਉਣੇ ਪੈਂਦੇ ਕਿ ਅਸੀਂ ਠੰਡ ਤੋਂ ਬਚ ਸਕੀਏ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਵਰਗ ਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ। ਹਾਲੇਲੂਇਆ। ਨਾ ਉੱਥੇ ਬਾਈਬਲ ਕਹਿੰਦੀ ਹੈ ਨਾ ਭੁੱਖ ਆ ਨਾ ਪਿਆਸ ਹੈ। ਹਾਲੇਲੂਇਆ। ਨਾ ਉੱਥੇ ਭੁੱਖ ਆ ਨਾ ਪਿਆਸ ਹੈ, ਨਾ ਉੱਥੇ ਗਰਮੀ ਹੈ ਨਾ ਸਰਦੀ ਆ, ਬਲਕਿ ਉੱਥੇ ਇੱਕ ਇਹੋ ਜਿਹਾ ਵਾਤਾਵਰਨ ਹੈ, ਇਹੋ ਜਿਹਾ ਉੱਥੇ ਜਿਹੜੀ ਰੋਸ਼ਨੀ ਵੀ ਆ, ਉਹ ਰੋਸ਼ਨੀ ਵੀ ਸੂਰਜ ਦੀ ਰੋਸ਼ਨੀ ਨਹੀਂ ਹੈਗੀ, ਉਹ ਰੋਸ਼ਨੀ ਵੀ ਪਰਮੇਸ਼ਰ ਦੀ ਲਾਈਟ ਹੈ। ਤਾਂ ਉਸ ਪਰਮੇਸ਼ਰ ਦੀ ਲਾਈਟ ਦੇ ਨਾਲ ਉਹ ਸਾਰਾ ਸਵਰਗ, ਉਹ ਸਾਰੇ ਘਰ, ਜਿਹੜੀ ਜਗ੍ਹਾ ਪਰਮੇਸ਼ਰ ਨੇ ਤਿਆਰ ਕੀਤੀ ਹੋਈ ਆ, ਉਹ ਸਾਰੇ ਘਰ ਵੀ ਪਰਮੇਸ਼ਰ ਦੇ ਚਾਨਣ ਦੇ ਨਾਲ ਚਮਕਦੇ ਆ। ਹਾਲੇਲੂਇਆ। ਤੇ ਪਰਮੇਸ਼ਰ ਨੇ ਮੇਰੇ ਲਈ, ਤੁਹਾਡੇ ਲਈ ਬਹੁਤ ਸਾਰੀਆਂ ਥਾਵਾਂ ਤਿਆਰ ਕੀਤੀਆਂ ਗਈਆਂ ਆ। ਤੁਸੀਂ ਇਹ ਨਹੀਂ ਸੋਚਣਾ ਕਿ ਜਿਸ ਤਰ੍ਹਾਂ ਦੁਨਿਆਵੀ ਘਰ ਦੇ ਵਿੱਚ ਸਾਨੂੰ ਗਰਮੀ ਲੱਗਣਾ ਪੈਂਦੀ ਹੈ, ਸਰਦੀ ਲੱਗਣਾ ਪੈਂਦੀ ਹੈ, ਸਵਰਗ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ। ਉੱਥੇ ਇਹੋ ਜਿਹਾ ਵਾਤਾਵਰਨ ਹੈ, ਨਾ ਉੱਥੇ ਗਰਮੀ ਹੈ ਨਾ ਉੱਥੇ ਠੰਡ ਹੈ, ਇਹੋ ਜਿਹਾ ਵਾਤਾਵਰਨ ਹੈ, ਇਹੋ ਜਿਹਾ ਮੌਸਮ ਹੈ। ਉੱਥੇ ਸਿਰਫ ਖੁਸ਼ੀ ਤੇ ਰਿਲੈਕਸ ਵਾਲਾ, ਇੱਕ ਸ਼ਾਂਤੀ ਵਾਲਾ ਮਾਹੌਲ ਹੈ, ਤੇ ਉੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ। ਨਾ ਉੱਥੇ ਸਵਰਗ ਦੇ ਵਿੱਚ ਭੁੱਖ ਹੈ ਨਾ ਪਿਆਸ ਹੈ। ਅੱਜ ਸਾਨੂੰ ਭੁੱਖ ਲੱਗਦੀ ਹੈ, ਅਸੀਂ ਖਾਣਾ ਖਾਂਦੇ ਹਾਂ, ਪਰ ਹੈਵਨ ਦੇ ਵਿੱਚ ਅਸੀਂ ਖਾ ਸਕਦੇ ਹਾਂ, ਪਰ ਉੱਥੇ ਭੁੱਖ ਨਹੀਂ ਲੱਗੇਗੀ। ਟੇਸਟ ਦੇ ਲਈ ਤੁਸੀਂ ਖਾ ਸਕਦੇ ਹਾਂ। ਉੱਥੇ ਪਰਮੇਸ਼ਰ ਨੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਖਾਣ ਦੇ ਲਈ, ਸਭ ਤੋਂ ਪਹਿਲਾਂ ਜੀਵਨ ਦਾ ਫਲ ਰੱਖਿਆ ਹੋਇਆ, ਤੁਸੀਂ ਖਾ ਸਕਦੇ ਹਾਂ, ਪਰ ਤੁਹਾਨੂੰ ਭੁੱਖ ਨਹੀਂ ਲੱਗੇਗੀ। ਤੁਸੀਂ ਉਹ ਸਵਰਗ ਦੇ ਵਿੱਚ ਤੁਸੀਂ 2 ਸਾਲ 3 ਸਾਲ 4 ਸਾਲ ਜਿੰਨੇ ਮਰਜ਼ੀ ਸਾਲ ਬਿਨਾਂ ਭੁੱਖ ਤੇ ਬਿਨਾਂ ਕੁਝ ਖਾਧੇ ਵੀ ਰਹਿ ਸਕਦੇ, ਤੁਸੀਂ ਜੀਵਤ ਰਹੋਗੇ। ਹਾਲੇਲੂਇਆ। ਇਹੋ ਜਿਹਾ ਮਾਹੌਲ ਹੈ ਉਸ ਸਵਰਗ ਦੇ ਵਿੱਚ। ਯੀਸ਼ੂ ਮਸੀਹ ਕੀ ਕਹਿੰਦਾ ਤੁਹਾਡਾ ਦਿਲ ਨਾ ਘਬਰਾਵੇ। ਤੇ ਬਹੁਤ ਸਾਰੇ ਲੋਕ ਯੀਸ਼ੂ ਮਸੀਹ ਦੀਆਂ ਗੱਲਾਂ ਸੁਣ ਕੇ ਘਬਰਾ ਜਾਂਦੇ ਸੀਗੇ ਤੇ ਯੀਸ਼ੂ ਮਸੀਹ ਨੂੰ ਛੱਡ ਕੇ ਚੱਲ ਜਾਂਦੇ ਸੀ। ਕਹਿੰਦਾ ਉਹਨਾਂ ਲੋਕਾਂ ਨੂੰ ਯੀਸ਼ੂ ਮਸੀਹ ਦੀਆਂ ਗੱਲਾਂ ਸਮਝ ਨਹੀਂ ਸੀਗੀਆਂ ਆਉਂਦੀਆਂ। ਤੇ ਇੱਥੋਂ ਤੱਕ ਯੀਸ਼ੂ ਮਸੀਹ ਦੇ 12 ਚੇਲਿਆਂ ਤੋਂ ਇਲਾਵਾ ਜਿਹੜੇ ਹੋਰ 72-70 ਚੇਲੇ ਸੀਗੇ, ਉਹ ਵੀ ਯੀਸ਼ੂ ਮਸੀਹ ਨੂੰ ਛੱਡ ਕੇ ਚੱਲ ਗਏ ਸੀਗੇ। ਕਿਉਂਕਿ ਉਹਨਾਂ ਨੂੰ ਯੀਸ਼ੂ ਮਸੀਹ ਦੀਆਂ ਗੱਲਾਂ ਸਮਝ ਨਹੀਂ ਸੀਗੀਆਂ ਆਈਆਂ। ਉਹ ਸੋਚਦੇ, ਪਤਾ ਨਹੀਂ ਉਹਨਾਂ ਨੇ ਕੀ ਸੋਚਿਆ ਕਿ ਯੀਸ਼ੂ ਮਸੀਹ ਸ਼ਾਇਦ ਐਵੇਂ ਆਪਣੇ ਕੋਲੋਂ ਬੋਲੀ ਜਾਂਦਾ ਆ। ਤੇ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤੇ ਬਹੁਤ ਸਾਰੇ ਚੇਲੇ ਯੀਸ਼ੂ ਮਸੀਹ ਦੀਆਂ ਗੱਲਾਂ ਨੂੰ, ਬਹੁਤ ਸਾਰੇ ਲੋਕ ਯੀਸ਼ੂ ਮਸੀਹ ਦੀਆਂ ਗੱਲਾਂ ਨੂੰ ਛੱਡ ਕੇ ਕੀ ਹੋ ਗਏ, ਚੱਲ ਗਏ। ਤੇ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ? ਕਹਿੰਦਾ ਤੁਹਾਡਾ ਦਿਲ ਨਾ ਘਬਰਾਵੇ, ਤੁਸੀਂ ਹੌਸਲਾ ਰੱਖੋ, ਡਰਨਾ ਨਹੀਂ ਹੈਗਾ ਤੁਸੀਂ। ਤੇ ਯੀਸ਼ੂ ਮਸੀਹ ਇਹ ਗੱਲਾਂ ਸਵਰਗ ਜਾਣ ਤੋਂ ਪਹਿਲਾਂ ਕਹਿ ਰਹੇ, ਜਦੋਂ ਧਰਤੀ ਉੱਤੇ ਸੀ। ਆਪਣੇ ਚੇਲਿਆਂ ਨੂੰ ਕੀ ਕਹਿੰਦੇ ਆ? ਕਹਿੰਦਾ ਤੁਹਾਡਾ ਦਿਲ ਨਾ ਘਬਰਾਵੇ, ਤੁਸੀਂ ਵਿਸ਼ਵਾਸ ਰੱਖੋ, ਮੇਰੇ ਉੱਤੇ ਭਰੋਸਾ ਰੱਖੋ, ਪਰਮੇਸ਼ਰ ਉੱਤੇ ਵੀ। ਕਹਿੰਦਾ ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ, ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਜਾ ਰਿਹਾ ਹਾਂ। ਹਾਲੇਲੂਇਆ।
ਹਾਲੇਲੂਇਆ। ਤੇ ਯਿਸੂ ਮਸੀਹ ਸਾਡੇ ਲਈ ਉਹ ਜਗ੍ਹਾ ਜਿਹੜੀ ਪਰਮੇਸ਼ਰ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਰਹਿਣ ਵਾਲੀਆਂ ਥਾਵਾਂ ਆ, ਉਹ ਥਾਂ ਤਿਆਰ ਕਰਨ ਦੇ ਲਈ ਗਏ ਹੋਏ ਆ। ਹਾਲੇਲੂਇਆ। ਜਦੋਂ ਅਸੀਂ 3 ਆਇਤ ਪੜ੍ਹਦੇ ਹਾਂ, ਉੱਥੇ ਲਿਖਿਆ ਵਾ, ਸੋ ਜੇਕਰ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ ਤਾਂ ਮੈਂ ਫਿਰ ਵਾਪਸ ਆਵਾਂਗਾ। ਯਿਸੂ ਮਸੀਹ ਕੀ ਕਹਿੰਦਾ ਆਪਣੇ ਚੇਲਿਆਂ ਨੂੰ, ਕਹਿੰਦਾ ਮੈਂ ਜਾਵਾਂਗਾ, ਜਾ ਕੇ ਕੀ ਕਰਾਂਗਾ, ਤੁਹਾਡੇ ਲਈ ਜਿਹੜੀ ਥਾਂ ਆ ਉਹ ਤਿਆਰ ਕਰਾਂਗਾ, ਮੈਂ ਫਿਰ ਵਾਪਸ ਆਵਾਂਗਾ। ਫਿਰ ਵਾਪਸ ਆ ਕੇ ਯਿਸੂ ਮਸੀਹ ਕਹਿੰਦਾ ਕੀ ਕਰਾਂਗਾ, ਮੈਂ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ। ਹਾਲੇਲੂਇਆ। ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਉੱਥੇ ਹੋਵੋ। ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿਣ ਅੱਗੇ, ਕਹਿੰਦਾ ਤੁਹਾਡਾ ਦਿਲ ਨਾ ਘਬਰਾਵੇ, ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਆ। ਇਸ ਸੰਸਾਰ ਤੇ ਤੁਹਾਨੂੰ ਥਾਂ ਨਹੀਂ ਮਿਲਦੀ। ਇਹ ਸੰਸਾਰ ਤੁਹਾਨੂੰ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ਕਹਿੰਦਾ ਸੰਸਾਰ ਤੁਹਾਨੂੰ ਨਹੀਂ ਥਾਂ ਦੇਗਾ। ਥਾਂ ਦੇਣ ਦਾ ਮਤਲਬ ਇਹ ਨਹੀਂ ਕਿ ਸੰਸਾਰਿਕ ਜ਼ਮੀਨ ਦੀ ਗੱਲ ਨਹੀਂ ਯਿਸੂ ਮਸੀਹ ਕਰ ਰਿਹਾ, ਕਿ ਅੱਜ ਬਹੁਤ ਸਾਰੇ ਲੋਕਾਂ ਨੂੰ ਲੋਕਾਂ ਨੂੰ ਬਹੁਤ ਸਾਰੇ ਲੋਕ ਨਫ਼ਰਤ ਕਰਦੇ ਆ, ਉਹਨਾਂ ਨੂੰ ਥਾਂ ਨਹੀਂ ਦਿੰਦੇ, ਉਹਨਾਂ ਨੂੰ ਆਦਰ ਨਹੀਂ ਦਿੰਦੇ, ਰਿਸਪੈਕਟ ਨਹੀਂ ਦਿੰਦੇ। ਬਲਕਿ ਪਰਮੇਸ਼ਰ ਕਹਿੰਦਾ ਤੁਹਾਨੂੰ ਧਰਤੀ ਉੱਤੇ ਥਾਂ ਮਿਲੇ ਚਾਹੇ ਨਾ ਮਿਲੇ, ਤੁਹਾਨੂੰ ਧਰਤੀ ਉੱਤੇ ਕੋਈ ਚੀਜ਼ ਮਿਲੇ ਚਾਹੇ ਨਾ ਮਿਲੇ, ਕਹਿੰਦਾ ਮੇਰੇ ਪਿਤਾ ਦੇ ਘਰ ਬਹੁਤ ਸਾਰੇ ਰਹਿਣ ਵਾਲੇ ਥਾਂ ਆ। ਯਿਸੂ ਮਸੀਹ ਦੇ ਕੋਲ ਵੀ ਆਪਣਾ ਕੋਈ ਥਾਂ ਨਹੀਂ ਸੀਗਾ ਨਿੱਜੀ। ਹਾਲੇਲੂਇਆ। ਕੋਈ ਘਰ ਨਹੀਂ ਸੀਗਾ ਯਿਸੂ ਮਸੀਹ ਦੇ ਸੰਸਾਰਿਕ, ਬਲਕਿ ਯਿਸੂ ਮਸੀਹ ਨੇ ਕੀ ਕਿਹਾ ਆਪਣੇ ਚੇਲਿਆਂ ਨੂੰ, ਕਹਿੰਦਾ ਅਗਰ ਤੁਸੀਂ ਮੇਰੇ ਲਈ ਆਪਣੇ ਮਾਤਾ ਪਿਤਾ ਭੈਣ ਭਰਾ ਘਰਾਂ ਖੇਤਾਂ ਦਾ ਤਿਆਗ ਕਰੋਗੇ, ਤੁਹਾਨੂੰ ਸਵਰਗ ਦੇ ਵਿੱਚ 100 ਗੁਣਾ ਦਿੱਤਾ ਜਾਊਗਾ। ਹਾਲੇਲੂਇਆ। ਤੇ ਯਿਸੂ ਮਸੀਹ ਕੀ ਕਹਿਣ ਲੱਗਾ, ਕਹਿੰਦਾ ਤੁਹਾਡਾ ਦਿਲ ਨਾ ਘਬਰਾਵੇ, ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਹਨ, ਬਹੁਤ ਸਾਰੀ ਪ੍ਰਾਪਰਟੀ ਆ ਸਵਰਗ ਦੇ ਵਿੱਚ। ਕਿਹਦੇ ਲਈ? ਤੁਹਾਡੇ ਲਈ, ਮੇਰੇ ਲਈ ਰੱਖੀ ਹੋਈ ਆ। ਹਾਲੇਲੂਇਆ। ਜਿਹੜੇ ਵੀ ਯਿਸੂ ਮਸੀਹ ਉੱਤੇ ਈਮਾਨ ਕਰਦੇ ਆ, ਯਿਸੂ ਮਸੀਹ ਅੱਜ ਉਹਨਾਂ ਨੂੰ ਕਹਿ ਰਿਹਾ, ਕੋਈ ਤੁਸੀਂ ਯਿਸੂ ਮਸੀਹ ਦੇ ਚੇਲੇ ਹੋ, ਤੁਸੀਂ ਉਸ ਨੂੰ ਫੋਲੋ ਕਰਨ ਵਾਲੇ ਹੋ। ਹਾਲੇਲੂਇਆ। ਪਰਮੇਸ਼ਰ ਨੇ ਤੁਹਾਡੇ ਲਈ ਬਹੁਤ ਸਾਰੀਆਂ ਥਾਵਾਂ ਤਿਆਰ ਕੀਤੀਆਂ। ਯਿਸੂ ਮਸੀਹ ਕਹਿੰਦਾ ਜਦੋਂ ਮੈਂ ਆਵਾਂਗਾ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਤੇ ਤੁਸੀਂ ਜਾਣਦੇ ਹੋ ਕਿ ਯਿਸੂ ਮਸੀਹ ਜਲਦ ਆ ਰਿਹਾ। ਜਿੰਨੀਆਂ ਵੀ ਬਾਈਬਲ ਦੀਆਂ ਵਿੱਚ ਘਟਨਾਵਾਂ ਲਿਖੀਆਂ ਹੋਈਆਂ ਅੰਤ ਦੇ ਦਿਨਾਂ ਦੇ ਬਾਰੇ, ਯਿਸੂ ਮਸੀਹ ਕਹਿੰਦਾ ਅੰਤ ਦੇ ਦਿਨਾਂ ਵਿੱਚ ਕੀ ਆਣਗੇ? ਭੂਚਾਲ ਆਣਗੇ। ਅਗਰ ਇਸ ਟਾਈਮ ਦੀ ਅਸੀਂ ਨਿਊਜ਼ ਦੇਖਦੇ ਹਾਂ ਤਾਂ ਹਰ ਇੱਕ ਕੰਟਰੀ ਦੇ ਵਿੱਚ ਭੂਚਾਲ ਆ ਰਹੇ ਆ ਤੇ ਲਾਵੇ ਫਟ ਰਹੇ ਆ। ਅਗਰ ਤੁਸੀਂ ਨਿਊਜ਼ ਦੇਖਦੇ ਆ, ਇਹ ਯਿਸੂ ਮਸੀਹ ਦੇ ਅੰਤ ਦੀਆਂ ਘਟਨਾਵਾਂ ਹੋ ਰਹੀਆਂ। ਦੇਸ਼ ਦੇ ਵਿਰੁੱਧ ਹੋ ਰਿਹਾ, ਕੌਮ ਦੇ ਵਿਰੁੱਧ ਹੋ ਰਹੀ, ਲੜਾਈਆਂ ਝਗੜੇ ਇੱਥੋਂ ਤੱਕ ਮਹਾਮਾਰੀਆਂ ਜਿਹੜੀਆਂ ਫੈਲ ਰਹੀਆਂ ਆ, ਇਹ ਸਾਰੀਆਂ ਜਿੰਨੀਆਂ ਵੀ ਘਟਨਾਵਾਂ ਅੰਤ ਦੀਆਂ ਘਟਨਾਵਾਂ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਆ ਰਿਹਾ। ਕੀ ਕਰਨ? ਮੈਨੂੰ ਲੈਣ, ਤੁਹਾਨੂੰ ਲੈਣ। ਹਾਲੇਲੂਇਆ। ਕਿ ਅਸੀਂ ਕਿੱਥੇ ਜਾਈਏ? ਉਸ ਸਥਾਨ ਤੇ ਜਾਈਏ ਜਿਹੜੀ ਪਿਤਾ ਪਰਮੇਸ਼ਰ ਨੇ, ਯਿਸੂ ਮਸੀਹ ਨੇ ਸਾਡੇ ਲਈ ਥਾਵਾਂ ਜਗ੍ਹਾ ਤਿਆਰ ਕੀਤੀ ਆ। ਉਸ ਜਗ੍ਹਾ ਦੇ ਲਈ, ਮੈਨੂੰ ਲੈਣ ਦੇ ਲਈ, ਤੁਹਾਨੂੰ ਲੈਣ ਦੇ ਲਈ ਪ੍ਰਭੂ ਯਿਸੂ ਮਸੀਹ ਆ ਰਹੇ ਆ। ਹਾਲੇਲੂਇਆ। ਯਿਸੂ ਮਸੀਹ ਆ ਰਹੇ ਆ ਮੈਨੂੰ ਲੈਣ ਦੇ ਲਈ, ਤੁਹਾਨੂੰ ਲੈਣ ਦੇ ਲਈ। ਅਗਰ ਯਿਸੂ ਮਸੀਹ ਆ ਰਹੇ ਆ, ਹੁਣ ਸਵਾਲ ਹੈ, ਅਗਰ ਯਿਸੂ ਮਸੀਹ ਆ ਰਹੇ ਆ ਮੈਨੂੰ ਲੈਣ ਦੇ ਲਈ, ਤੁਹਾਡੇ ਲੈਣ ਦੇ ਲਈ, ਕੀ ਤੁਸੀਂ ਤਿਆਰ ਹੋ ਜਾਣ ਦੇ ਲਈ? ਕਿ ਤੁਸੀਂ ਆਪਣੀ ਤਿਆਰੀ ਕਰ ਚੁੱਕੇ ਆ ਜਾਣ ਦੇ ਲਈ? ਅਗਰ ਨਹੀਂ ਮੇਰੇ ਪਿਆਰਿਓ ਤੁਸੀਂ ਤਿਆਰੀ ਕੀਤੀ ਤਾਂ ਅੱਜ ਤੁਹਾਡੇ ਕੋਲ ਸਮਾਂ ਹੈ, ਅੱਜ ਮੌਕਾ ਹੈ ਕਿ ਯਿਸੂ ਮਸੀਹ ਨੂੰ ਦਿਲ ਤੋਂ ਗ੍ਰਹਿਣ ਕਰੀਏ। ਅਗਰ ਤੁਸੀਂ ਗ੍ਰਹਿਣ ਕਰ ਚੁੱਕੇ ਹੋ ਤਾਂ ਯਿਸੂ ਮਸੀਹ ਨੂੰ ਫੋਲੋ ਕਰਨਾ ਸ਼ੁਰੂ ਕਰੀਏ, ਉਸ ਦੀਆਂ ਆਗਿਆਵਾਂ ਨੂੰ ਮੰਨਣਾ ਸ਼ੁਰੂ ਕਰੀਏ। ਅੱਜ ਬਹੁਤ ਸਾਰੇ ਲੋਕ ਹਨ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਕੇ ਉਹ ਨਸ਼ੇ ਵੀ ਕਰ ਰਹੇ ਹਨ, ਉਹ ਬਹੁਤ ਸਾਰੇ ਨਸ਼ੇ ਵੀ ਕਰ ਰਹੇ ਹਨ, ਮੂਰਤੀ ਪੂਜਾ ਵੀ ਕਰ ਰਹੇ ਹਨ, ਤੇ ਉਹ ਪ੍ਰਭੂ ਦੇ ਵਿੱਚ ਵੀ ਹਨ, ਤੌਬਾ ਵੀ ਕੀਤੀ, ਉਹ ਬਪਤਿਸਮਾ ਵੀ ਲਿਆ ਵਾ। ਬਹੁਤ ਸਾਰੇ ਨਸ਼ਿਆਂ ਦੇ ਵਿੱਚ ਹਨ, ਬਹੁਤ ਸਾਰੇ ਲੜਾਈਆਂ ਝਗੜਿਆਂ ਦੇ ਵਿੱਚ ਹਨ। ਕਾਰਨ ਕੀ ਆ? ਅਗਰ ਤੁਸੀਂ ਅੱਜ ਨਸ਼ਿਆਂ ਦੇ ਵਿੱਚ ਹੋ, ਜ਼ਰੂਰੀ ਹੈ ਕਿ ਨਸ਼ਿਆਂ ਨੂੰ ਤਿਆਗ ਦਈਏ। ਕਿਤੇ ਇਹ ਨਾ ਹੋਵੇ ਪ੍ਰਭੂ ਯਿਸੂ ਮਸੀਹ ਆ ਜਾਏ ਤੇ ਤੁਹਾਡੀ ਜਿਹੜੀ ਜਗ੍ਹਾ ਆ ਉਹ ਉਸ ਜਗ੍ਹਾ ਦਾ ਤੁਸੀਂ ਆਪਣਾ ਹੱਥ ਧੋ ਬੈਠੋ। ਤੁਸੀਂ ਆਪਣਾ ਜਿਹੜਾ ਧਿਆਨ ਹੈ ਸੰਸਾਰਿਕ ਵੱਲ ਛੱਡ ਕੇ, ਥੋੜਾ ਸੰਸਾਰ ਨੂੰ ਛੱਡ ਕੇ ਥੋੜਾ ਸਮਾਂ ਪਰਮੇਸ਼ਰ ਦੇ ਨਾਲ ਬੈਠੀਏ, ਪ੍ਰਾਰਥਨਾ ਦੇ ਵਿੱਚ ਰਹੀਏ, ਬਾਈਬਲ ਪੜ੍ਹੀਏ, ਉਹਦੀ ਉਪਸਥਿਤੀ ਦੇ ਵਿੱਚ ਰਹੀਏ ਕਿ ਜਦੋਂ ਯਿਸੂ ਮਸੀਹ ਆਵੇ ਤੇ ਅਸੀਂ ਉਸ ਦੇ ਨਾਲ ਬੱਦਲਾਂ ਉੱਤੇ ਉਠਾਏ ਜਾਈਏ। ਹਾਲੇਲੂਇਆ। ਮੇਰੇ ਪਿਆਰਿਓ, ਪ੍ਰਭੂ ਯਿਸੂ ਮਸੀਹ ਤੁਹਾਡੇ ਲਈ ਆ ਰਿਹਾ ਲੈਣ ਦੇ ਲਈ, ਕਿ ਤੁਹਾਡੇ ਦੀ ਜੋ ਜਗ੍ਹਾ ਪਰਮੇਸ਼ਰ ਦੇ ਘਰ ਦੇ ਵਿੱਚ ਹੈ, ਜੋ ਤੁਹਾਡੇ ਲਈ ਤਿਆਰ ਹੈ, ਉਹ ਤੁਸੀਂ ਆਪਣੀ ਜਗ੍ਹਾ, ਆਪਣਾ ਸਥਾਨ ਜਿਹੜਾ ਆ ਉਸ ਨੂੰ ਨਾ ਗਵਾਓ। ਇੱਕ ਸਮਾਂ ਹੈ ਹਜੇ ਤੁਹਾਡੇ ਕੋਲ, ਕੁਝ ਸਮਾਂ ਹੈ ਕਿ ਅਗਰ ਅਸੀਂ ਯਿਸੂ ਮਸੀਹ ਨੂੰ ਨਹੀਂ ਫੋਲੋ ਕਰ ਰਹੇ, ਯਿਸੂ ਮਸੀਹ ਨੂੰ ਨਹੀਂ ਕਬੂਲ ਕੀਤਾ, ਕਬੂਲ ਕਰ ਲਈਏ। ਅੱਜ ਸਮਾਂ ਹੈ। ਅਗਰ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰ ਚੁੱਕੇ ਹੋ, ਉਸਦੇ ਵਚਨਾਂ ਉੱਤੇ ਨਹੀਂ ਚੱਲ ਰਹੇ, ਤਾਂ ਅੱਜ ਤੁਸੀਂ ਤੌਬਾ ਕਰਕੇ ਉਸ ਪਰਮੇਸ਼ਰ ਦੇ ਅੱਗੇ ਹਜੇ ਸਮਾਂ ਹੈ ਕਿ ਤੁਸੀਂ ਆਪਣੇ ਗੁਨਾਹਾਂ ਨੂੰ ਛੱਡ ਕੇ ਕਹਿ ਸਕਦੇ ਆ ਪ੍ਰਭੂ ਯਿਸੂ ਮੈਨੂੰ ਮਾਫ਼ ਕਰ, ਪਿਤਾ ਮੈਨੂੰ ਮਾਫ਼ ਕਰ,
ਕਿ ਮੈਂ ਤੈਨੂੰ ਜਾਣਦੇ ਹੋਏ ਵੀ ਤੌਬਾ ਕਰਕੇ ਵੀ, ਬਪਤਿਸਮਾ ਲੈ ਕੇ ਵੀ ਸੰਸਾਰ ਦੇ ਵਿੱਚ ਚੱਲਿਆ, ਨਸ਼ਿਆਂ ਦੇ ਵਿੱਚ ਚੱਲਿਆ, ਬੁਰਾਈ ਦੇ ਵਿੱਚ ਚੱਲਿਆ, ਪ੍ਰਭੂ ਯਿਸੂ ਮਸੀਹ ਅੱਜ ਵੀ ਮੈਨੂੰ ਤੇ ਤੁਹਾਨੂੰ ਮਾਫ਼ ਕਰਨ ਦੀ ਤਾਕਤ ਰੱਖਦੇ ਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਅੱਜ ਵੀ ਤੁਹਾਨੂੰ ਸ਼ੁੱਧ ਕਰਨ ਦੀ ਤਾਕਤ ਰੱਖਦੇ ਆ। ਸਮਾਂ ਹੈ ਕਿ ਅਸੀਂ ਇਹ ਜਿਹੜੀ ਜਗ੍ਹਾ ਪਰਮੇਸ਼ਰ ਨੇ ਮੇਰੇ ਲਈ, ਤੁਹਾਡੇ ਲਈ ਤਿਆਰ ਕੀਤੀ ਹੋਈ ਹੈ ਸਵਰਗ ਦੇ ਵਿੱਚ, ਇਸ ਜਗ੍ਹਾ ਨੂੰ, ਇਸ ਸਥਾਨ ਨੂੰ ਨਾ ਗਵਾਈਏ। ਹਾਲੇਲੂਇਆ। ਤੇ ਯਿਸੂ ਮਸੀਹ ਕਹਿੰਦਾ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਵੀ ਹੋਵੋਗੇ। ਅਗਰ ਤੁਸੀਂ ਯਿਸੂ ਮਸੀਹ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਯਿਸੂ ਮਸੀਹ ਦੀ ਜਿੰਨੀਆਂ ਵੀ ਆਗਿਆਵਾਂ ਆ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ, ਉਹਨਾਂ ਨੂੰ, ਬਾਈਬਲ ਨੂੰ, ਨਵੀਂ ਖਾਸ ਤੌਰ 'ਤੇ ਨਿਊ ਟੈਸਟਮੈਂਟ ਨੂੰ, ਨਵੇਂ ਨੇਮ ਨੂੰ ਪੜ੍ਹੀਏ ਅਤੇ ਜਿੰਨੀਆਂ ਵੀ ਆਗਿਆਵਾਂ ਪਰਮੇਸ਼ਰ ਨੇ ਦਿੱਤੀਆਂ ਵੀਆਂ ਉਸ ਆਗਿਆ ਦੇ ਅਨੁਸਾਰ ਚੱਲਣਾ ਸ਼ੁਰੂ ਕਰੀਏ। ਹਾਲੇਲੂਇਆ। ਜਦੋਂ ਵੀ ਤੁਸੀਂ ਪਰਮੇਸ਼ਰ ਦੀ ਆਗਿਆ ਉੱਤੇ ਚੱਲਦੇ ਆ, ਪਰਮੇਸ਼ਰ ਤੁਹਾਡੇ ਉੱਤੇ ਖੁਸ਼ ਹੁੰਦਾ। ਜਦੋਂ ਤੁਸੀਂ ਪਰਮੇਸ਼ਰ ਦੇ ਕਹਿਣੇ ਨੂੰ ਮੰਨਦੇ ਆ ਤਾਂ ਪਰਮੇਸ਼ਰ ਤੁਹਾਡੇ ਤੋਂ ਖੁਸ਼ ਹੋਏਗਾ। ਅਗਰ ਤੁਸੀਂ ਨਸ਼ੇ ਦੇ ਵਿੱਚ ਆ, ਨਸ਼ਿਆਂ ਨੂੰ ਛੱਡ ਦਈਏ ਤੇ ਆਪਣੇ ਸਥਾਨ ਨੂੰ ਨਾ ਗਵਾਈਏ, ਕਿਉਂਕਿ ਇਹ ਜਿਹੜਾ ਸਥਾਨ ਜਿਸ ਧਰਤੀ ਅਸੀਂ ਉੱਤੇ ਰਹਿ ਰਹੇ ਆ, ਇਹ 70, 80, 90 ਸਾਲ ਦਾ ਜੀਵਨ ਹੈ, ਥੋੜ੍ਹੇ ਸਮੇਂ ਦਾ ਜੀਵਨ ਹੈ। ਇਹ ਥੋੜ੍ਹੇ ਸਮੇਂ ਦੇ ਜੀਵਨ ਦੇ ਵਿੱਚ ਜੋ ਜੀਵਨ ਗੁਜ਼ਾਰਨ ਦੇ ਲਈ ਅਸੀਂ ਜਿੰਨੇ ਵੀ ਅਗਰ ਸਾਡੇ ਅੰਦਰ ਕੋਈ ਬੁਰਾਈ ਹੈ ਉਸ ਬੁਰਾਈ ਨੂੰ ਛੱਡ ਦਈਏ, ਕਿਉਂਕਿ ਜਿਹੜਾ ਪਰਮੇਸ਼ਰ ਸਾਨੂੰ ਜੀਵਨ ਦੇ ਰਿਹਾ, ਜਿਹੜਾ ਪਰਮੇਸ਼ਰ ਸਾਨੂੰ ਸਥਾਨ ਦੇਣ ਜਾ ਰਿਹਾ, ਜਿਹੜਾ ਪਰਮੇਸ਼ਰ ਘਰ ਯਿਸੂ ਮਸੀਹ ਸਾਨੂੰ ਘਰ ਦੇਣ ਦੇ ਲਈ ਜਾ ਰਿਹਾ ਆ, ਉਹ ਘਰ ਸਦਾ ਦੇ ਲਈ ਆ, ਅਟਰਨਲ ਲਾਈਫ ਉਸ ਦੇ ਵਿੱਚ। ਉਹ ਘਰ ਨਾ ਢਹਿਣ ਵਾਲਾ ਆ, ਨਾ ਉਹਦਾ ਰੰਗ ਫਿੱਕਾ ਪੈਣ ਵਾਲਾ ਆ, ਨਾ ਉਹ ਗੰਦਾ ਹੋਣ ਵਾਲਾ ਆ, ਬਲਕਿ ਉੱਥੇ ਨਾ ਜਿਹੜੀ ਰੌਸ਼ਨੀ ਵੀ ਆ, ਉੱਥੇ ਉਹ ਰੌਸ਼ਨੀ ਵੀ ਕੋਈ ਸੰਸਾਰਿਕ ਉੱਥੇ ਮੀਟਰ ਨਹੀਂ ਲੱਗਿਆ ਵਾ, ਬਿਜਲੀ ਵਾਲੀ ਕੋਈ ਤਾਰ ਨਹੀਂ ਹੈਗੀ, ਬਲਕਿ ਪਰਮੇਸ਼ਰ ਦੀ ਸਾਮਰਥ ਦੁਆਰਾ ਉੱਥੇ ਸਾਰਾ ਕੁਝ ਹੁੰਦਾ ਆ। ਹਾਲੇਲੂਇਆ। ਇਹੋ ਜਿਹਾ ਘਰ ਨਾ ਕਿਸੇ ਨੇ ਇਸ ਦੁਨੀਆ ਉੱਤੇ ਬਣਾਇਆ, ਨਾ ਉਹ ਬਣੇਗਾ, ਬਲਕਿ ਉਹ ਘਰ ਜਿਹੜਾ ਸਵਰਗ ਦੇ ਵਿੱਚ ਹੈ, ਉਹ ਇਸ ਦੁਨੀਆ 'ਤੇ ਤੁਸੀਂ ਉਸਦੀ ਕਲਪਨਾ ਨਹੀਂ ਕਰ ਸਕਦੇ। ਹਾਲੇਲੂਇਆ। ਇਹੋ ਜਿਹਾ ਸਥਾਨ ਪਰਮੇਸ਼ਰ ਨੇ ਮੇਰੇ ਲਈ, ਤੁਹਾਡੇ ਲਈ, ਮੇਰੇ ਭੈਣ ਤੋਂ ਭਰਾਵੋ ਰੱਖਿਆ ਹੋਇਆ ਆ। ਜ਼ਰੂਰੀ ਆ ਕਿ ਯਿਸੂ ਮਸੀਹ ਆ ਰਿਹਾ ਬਹੁਤ ਜਲਦ, ਬਹੁਤ ਸਮਾਂ ਹੁਣ ਬਹੁਤ ਨਜ਼ਦੀਕ ਹੈ, ਅਤੇ ਬਾਈਬਲ ਦੀਆਂ ਹਰ ਇੱਕ ਘਟਨਾਵਾਂ ਪੂਰੀਆਂ ਹੋ ਰਹੀਆਂ। ਅਤੇ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਬਚਨ ਦੇ ਵਿੱਚ ਕੀ ਕਹਿੰਦੇ ਆ, ਜਿਸ ਤਰ੍ਹਾਂ ਨੂਹ ਦੇ ਸਮੇਂ ਹੜ੍ਹ ਆਇਆ, ਕੀ ਹੋਇਆ ਜਦੋਂ ਹੜ੍ਹ ਆਇਆ? ਲੋਕ ਵਿਆਹ ਕਰਦੇ ਸੀਗੇ, ਸ਼ਾਦੀਆਂ ਕਰਦੇ ਸੀਗੇ, ਅਤੇ ਯਿਸੂ ਮਸੀਹ ਕਹਿੰਦਾ ਜਿਸ ਤਰ੍ਹਾਂ ਨੂਹ ਦੇ ਸਮੇਂ ਕੀ ਹੋਇਆ, ਬਾੜ ਆਈ, ਹੜ੍ਹ ਆਇਆ, ਉਸ ਸਮੇਂ ਵੀ ਕੀ ਕਰਦੇ ਸੀ ਲੋਕ? ਆਪਣੇ ਸੰਸਾਰ ਦੇ ਵਿੱਚ ਖੁਸ਼ ਸੀਗੇ, ਵਿਆਹ ਸ਼ਾਦੀਆਂ ਜੋ ਕਾਰੋਬਾਰ ਕਰਦੇ ਸੀਗੇ, ਪਰ ਇੱਕਦਮ ਹੜ੍ਹ ਆਇਆ, ਪੂਰੀ ਦੁਨੀਆ ਨੂੰ ਹੜਾ ਕੇ ਲੈ ਗਿਆ। ਯਿਸੂ ਮਸੀਹ ਕਹਿੰਦਾ ਅੰਤ ਦੇ ਸਮੇਂ ਦੇ ਵਿੱਚ ਮੈਂ ਇਸੇ ਤਰ੍ਹਾਂ ਆਵਾਂਗਾ, ਇੱਦਾਂ ਹੀ ਆਵਾਂਗਾ। ਜਿਸ ਤਰ੍ਹਾਂ ਨੂਹ ਦੇ ਸਮੇਂ ਕੀ ਹੋਇਆ, ਲੋਕ ਖਾਂਦੇ ਪੀਂਦੇ ਸੰਸਾਰਿਕ ਕੰਮਾਂ ਦੇ ਵਿੱਚ ਸੀਗੇ, ਅਤੇ ਅੱਜ ਵੀ ਲੋਕ ਖਾਂਦੇ ਪੀਂਦੇ ਸੰਸਾਰਿਕ ਕੰਮਾਂ ਦੇ ਵਿੱਚ ਆ। ਸਾਨੂੰ ਉਦੋਂ ਪਤਾ ਨਹੀਂ ਲੱਗਣਾ, ਕਿਉਂਕਿ ਯਿਸੂ ਮਸੀਹ ਨੂੰ ਆਉਣ ਨੂੰ ਬਹੁਤ ਘੱਟ ਸਮਾਂ ਰਹਿ ਗਿਆ, ਬਹੁਤ ਥੋੜ੍ਹਾ ਸਮਾਂ ਆ। ਕੁਝ ਕਹਿ ਨਹੀਂ ਸਕਦੇ ਕਿ ਪ੍ਰਭੂ ਯਿਸੂ ਮਸੀਹ ਕਦੋਂ ਆ ਰਿਹਾ। ਬਸ ਹੁਣ ਕਹਿਣ ਦਾ ਮਤਲਬ ਇਹ ਆ ਕਿ ਅੰਤ ਦੇ ਟਾਈਮ ਦੇ ਵਿੱਚ ਆ, ਅਸੀਂ ਅੰਤ ਦੇ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਆ, ਕਹਿ ਸਕਦੇ ਹਾਂ ਅਸੀਂ। ਬਹੁਤ ਸਮਾਂ ਨਜ਼ਦੀਕ ਹੈ ਅਤੇ ਪ੍ਰਭੂ ਯਿਸੂ ਮਸੀਹ ਜਲਦ ਆ ਰਿਹਾ। ਆਪਣੇ ਸਥਾਨ ਨੂੰ ਪ੍ਰਭੂ ਯਿਸੂ ਮਸੀਹ ਜਿਹੜਾ ਸਾਨੂੰ ਸਥਾਨ ਦੇਣਾ ਚਾਹੁੰਦੇ ਆ ਸਵਰਗ ਦੇ ਵਿੱਚ, ਮੇਰੇ ਲਈ ਤੁਹਾਡੇ ਲਈ ਜਗ੍ਹਾ ਰੱਖੀ ਹੋਈ ਹੈ, ਜਿਹੜਾ ਘਰ ਰੱਖਿਆ ਹੋਇਆ, ਇਸ ਦੁਨਿਆਵੀ ਘਰਾਂ ਦੀਆਂ, ਇਸ ਸੰਸਾਰਿਕ ਘਰਾਂ ਦੀਆਂ ਚਿੰਤਾ ਛੱਡ ਕੇ ਉਸ ਚਿੰਤਾ ਥੋੜ੍ਹੀ ਉਸ ਸਵਰਗ ਦੇ ਘਰ ਦੇ ਲਈ ਕਰੀਏ ਕਿ ਅਸੀਂ ਉਸ ਘਰ ਦੇ ਵਿੱਚ ਜਾਣਾ ਆ। ਮੈਂ ਅਤੇ ਤੁਸੀਂ ਉਸ ਘਰ ਦੇ ਵਿੱਚ ਜਾਣਾ ਆ, ਉਸ ਘਰ ਨੂੰ ਨਾ ਗਵਾਈਏ। ਅੱਗੇ ਯਿਸੂ ਮਸੀਹ ਕੀ ਕਹਿੰਦਾ ਆ, ਮੈਂ ਫਿਰ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ। ਯਿਸੂ ਮਸੀਹ ਆਪਣੇ ਚੇਲਿਆਂ ਕਹਿੰਦਾ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ। ਉਹਨਾਂ ਦੇ ਵਿੱਚੋਂ ਇੱਕ ਚੇਲਾ ਪੁੱਛਣ ਲੱਗਾ, ਜਿਸ ਦਾ ਨਾਮ ਥੋਮਾ ਸੀ। ਥੋਮਾ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਅਸੀਂ ਤਾਂ ਇਹ ਵੀ ਨਹੀਂ ਜਾਣਦੇ ਤੁਸੀਂ ਕਿੱਥੇ ਜਾ ਰਹੇ ਹੋ। ਅਤੇ ਯਿਸੂ ਮਸੀਹ ਸਵਰਗ ਜਾ ਰਹੇ ਸੀਗੇ, ਅਤੇ ਥੋਮਾ ਜਿਹੜਾ ਕਹਿੰਦਾ, ਪ੍ਰਭੂ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੁਸੀਂ ਜਾ ਕਿੱਥੇ ਰਹੇ ਹੋ, ਤਾਂ ਤੁਸੀਂ ਜਾ ਕਿੱਥੇ ਰਹੇ ਹੋ, ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਮੈਂ ਹੀ ਰਾਹ, ਮੈਂ ਹੀ ਸੱਚ, ਮੈਂ ਹੀ ਜੀਵਨ ਹਾਂ, ਮੇਰੇ ਤੋਂ ਬਿਨਾਂ ਕੋਈ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ਜੇਕਰ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹੋ। ਹੁਣ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਦਾ ਦਰਸ਼ਨ ਵੀ ਕਰ ਚੁੱਕੇ ਹੋ। ਜਿਹੜਾ ਇਨਸਾਨ ਪਰਮੇਸ਼ਰ ਨੂੰ, ਗੋਡ ਨੂੰ ਪਾਉਣਾ ਚਾਹੁੰਦਾ, ਉਹ ਜ਼ਰੂਰੀ ਆ ਉਸ ਲਈ ਯਿਸੂ ਮਸੀਹ ਨੂੰ ਕਬੂਲ ਕਰੇ ਅਤੇ ਯਿਸੂ ਮਸੀਹ ਦੇ ਆਗਿਆ ਨੂੰ ਮੰਨੇ। ਯਿਸੂ ਮਸੀਹ ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਮੇਰੀ ਆਗਿਆ ਨੂੰ ਵੀ ਮੰਨਦਾ ਆ। ਹਾਲੇਲੂਇਆ। ਅਗਰ ਤੁਸੀਂ ਯਿਸੂ ਮਸੀਹ ਨੂੰ ਪਿਆਰ ਕਰਦੇ ਆ, ਤੁਸੀਂ ਉਸ ਦੀਆਂ ਆਗਿਆ ਨੂੰ ਵੀ ਮੰਨੋਗੇ। ਤੁਸੀਂ
ਕਹਿ ਸਕਦੇ ਕਿ ਹਾਂ ਮੈਂ ਪਿਆਰ ਕਰਦਾ, ਮੈਂ ਪਿਆਰ ਕਰਦਾ, ਪਿਆਰ ਕਰਦਾ। ਅਗਰ ਤੁਸੀਂ ਉਸਦੀ ਕਹਿਣੇ ਨੂੰ ਨਹੀਂ ਮੰਨਦੇ, ਉਸਦੀਆਂ ਆਗਿਆ ਨੂੰ ਨਹੀਂ ਮੰਨਦੇ, ਪੂਰੀਆਂ ਨਹੀਂ ਕਰਦੇ, ਤਾਂ ਤੁਸੀਂ ਉਸ ਨੂੰ ਕੋਈ ਪਿਆਰ ਨਹੀਂ ਕਰਦੇ, ਚਾਹੇ ਮੈਂ ਵੀ ਹਾਂ। ਅਤੇ ਯਿਸੂ ਮਸੀਹ ਨੇ ਕਿਹਾ ਹਰ ਉਹ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿ ਕੇ ਸੱਦਦਾ ਆ, ਉਹ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਨਹੀਂ ਹੋਵੇਗਾ। ਅਸੀਂ ਦਿਲ ਤੋਂ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਪੂਰਾ ਕਰਨਾ, ਕਿ ਅਸੀਂ ਉਸ ਘਰ ਨੂੰ ਨਹੀਂ ਗਵਾਉਣਾ ਜਿਹੜਾ ਪ੍ਰਭੂ ਯਿਸੂ ਮਸੀਹ ਸਾਨੂੰ ਦੇਣਾ ਚਾਹੁੰਦੇ ਆ। ਹਾਲੇਲੂਇਆ। ਇੱਕ ਮੇਰੇ ਪਿਆਰੋ, ਤੁਹਾਡੇ ਲਈ ਹੈਵਨ ਦੇ ਵਿੱਚ ਬਹੁਤ ਅੱਛੀ ਸਥਾਨ ਪਰਮੇਸ਼ਰ ਨੇ ਬਹੁਤ ਅੱਛਾ ਪਲੇਸ ਰੱਖਿਆ ਹੋਇਆ। ਅਸੀਂ ਇਸ ਦੁਨਿਆਵੀ ਚੀਜ਼ਾਂ ਨੂੰ ਕਮਾਉਂਦੇ ਕਮਾਉਂਦੇ ਕਿਤੇ ਇਹ ਨਾ ਹੋਵੇ ਉਹ ਜਿਹੜਾ ਸਾਡਾ ਰੀਅਲ ਘਰ ਹੈ ਉਹ ਜਾਂਦਾ ਲੱਗੇ, ਕਿਉਂਕਿ ਅੱਜ ਲੋਕ ਸੰਸਾਰਿਕ ਚਿੰਤਾ ਦੇ ਵਿੱਚ ਹਨ। ਸੰਸਾਰਿਕ ਇੰਨਾ ਬੋਝ ਹੈ ਉਹਨਾਂ ਉੱਤੇ ਕਿ ਉਹ ਜਿਹੜੀ ਆਪਣੀ ਤਿਆਰੀ ਆ ਹੈਵਨ ਦੇ ਵੱਲ ਨਹੀਂ ਕਰ ਰਹੇ। ਅਸੀਂ ਸਾਰਿਆਂ ਨੇ ਮਿਲ ਕੇ ਹੈਵਨ ਦੇ ਵੱਲ ਆਪਣੀ ਤਿਆਰੀ ਕਰਨੀ ਹੈ। ਹਾਲੇਲੂਇਆ। ਅਗਰ ਤੁਸੀਂ ਇਸ ਵਚਨ ਦੇ ਦੁਆਰਾ ਕੁਝ ਆਸ਼ੀਸ਼ ਨੂੰ ਪਾਇਆ ਆ, ਤੁਸੀਂ ਕਮੈਂਟ ਦੇ ਦੁਆਰਾ ਦੱਸ ਸਕਦੇ ਹੋ। ਤੁਸੀਂ ਅਗਰ ਤੁਸੀਂ ਪ੍ਰੇਅਰ ਕਰਾਉਣਾ ਚਾਹੁੰਦੇ ਹੋ ਕਿਤੇ ਵੀ ਆ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ, ਲਾਚਾਰੀ ਆ, ਕੋਈ ਦੁਸ਼ਟ ਆਤਮਾ ਦੇ ਵਿੱਚ ਪੀੜਤ ਆ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜਿੱਥੇ ਵੀ ਤੁਸੀਂ ਦੇਖ ਰਹੇ ਆ, ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਆ, ਤੁਸੀਂ ਇਸ ਚਰਚ ਦੇ ਵਿੱਚ, ਇਸ ਮਿਨਿਸਟਰੀ ਦੇ ਵਿੱਚ ਆ ਸਕਦੇ ਹੋ। ਪਰਮੇਸ਼ਰ ਤੁਹਾਨੂੰ ਇਸ ਛੋਟੇ ਜਿਹੇ ਮੈਸੇਜ 'ਤੇ ਆਸ਼ੀਸ਼ ਦੇਵੇ। ਪਰਮੇਸ਼ਰ ਤੁਹਾਨੂੰ ਬਹੁਤ ਪਿਆਰ ਕਰਦਾ ਅਤੇ ਤੁਹਾਡੇ ਲਈ ਪ੍ਰਭੂ ਯਿਸੂ ਮਸੀਹ ਆ ਰਹੇ ਆ ਅਤੇ ਤੁਹਾਡੇ ਲਈ ਉਹ ਜਗ੍ਹਾ ਤਿਆਰ ਹੈ। ਉਸ ਜਗ੍ਹਾ ਨੂੰ ਨਾ ਗਵਾਈਏ ਅਤੇ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ 'ਤੇ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।